ਆ ਮੇਨੋ ਮੇਨੀ ਆਖਰ ਕਦੋਂ ਖਤਮ ਹੋਏਗੀ? ਮੇੜੋ ਮੇੜੀ ਹੋਣ ਦਾ ਜਾਂ ਇੱਕ ਦੂਜੇ ਨੂੰ ਟਿਚਰਾ ਕਰਨ ਦਾ ਜਾਂ ਇਹੋ ਜਿਹਾ ਇਹ ਸਿਲਸਿਲਾ ਚੱਲਿਆ ਆ ਰਿਹਾ ਅੱਜ ਵੀ ਸਥਿਤੀ ਤਣਾਅਪੂਰਕ ਬਣੀ ਪਈ ਹੈ। ਜਿਹੜਾ ਆਰਡੀਨੈਂਸ ਲਿਆਂਦਾ ਵਾ ਤੇ ਉਹ ਕਿਤੇ ਨਾ ਕਿਤੇ ਇੱਥੇ ਪੰਜਾਬ ਦੀ ਧਰਤੀ ਵਿੱਚ ਵੀ ਖੇਡੀ ਜਾ ਰਹੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵਾ ਕਿ ਜਿਨ੍ਹਾਂ ਨੂੰ ਤੁਸੀਂ ਲਵ ਲੈਟਰ ਕਹਿੰਦੇ ਸੀਗੇ ਉਹ ਅਸਲ ਵਿੱਚ ਗਵਰਨਰ ਸਾਹਿਬ ਵੀ ਉਸੇ ਦਾ ਹੀ ਜ਼ਿਕਰ ਕਰ ਰਹੇ ਨੇ। ਨਾਲੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ, ਕਹਿੰਦੇ ਕਿ ਮੈਨੂੰ ਬੜੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ, ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਦਿਓ। ਅਗਰ ਵਾਕਈ ਉੱਥੇ ਕਰਪਸ਼ਨ ਲੈਵਲ ਇੰਨਾ ਵੱਧ ਰਿਹਾ, ਕੀ ਸੈਂਟਰ ਇੰਟਰਵੀਨ ਕਰਕੇ ਉੱਥੇ ਕਾਰਵਾਈ ਨਹੀਂ ਕਰ ਸਕਦਾ? ਆਰਟੀਕਲ 167 ਜੀ ਦਾ ਜ਼ਿਕਰ ਅੱਜ ਗਵਰਨਰ ਸਾਹਿਬ ਨੇ ਵੀ ਆਪਣੀ ਚਿੱਠੀ ਦੇ ਵਿੱਚ ਕੀਤਾ। ਮੈਂ ਉਹਨੂੰ ਵੀ ਬਾਅਦ ਚ ਵੀ ਮੈਂ ਦੇਖਿਆ, ਉਹ ਕਲੀਅਰਲੀ ਕਹਿੰਦਾ ਵਾ। ਤੇ ਨਾਲੇ ਸਗੋਂ ਤੁਹਾਡੇ ਤਾਂ ਸਵਾਲ ਹੀ ਖੜੇ ਕਰ ਸਕਦੇ ਹੋ ਤੁਸੀਂ ਕਿ ਦੇਖੋ ਸਰਕਾਰ ਨੂੰ ਤਾਂ ਮੈਂ ਚਿੱਠੀਆਂ ਬਹੁਤ ਲਿਖੀਆਂ, ਆ ਮਹਿਕਮੇ ਦੇ ਅੰਦਰ ਇਸ ਬੰਦੇ ਨੇ ਇੰਨਾ ਭ੍ਰਿਸ਼ਟਾਚਾਰ ਕੀਤਾ ਸੀ, ਪਰ ਸਰਕਾਰ ਉਹਦੀ ਪੁਸ਼ਤ ਪੜਾਈ ਕਰਦੀ ਰਹੀ, ਸੂਬਾ ਸਰਕਾਰ, ਤੇ ਆ ਤੁਹਾਡੇ ਸਾਹਮਣੇ ਹੈ, ਅਸੀਂ ਉਹਦਾ ਚਿੱਠਾ ਸਾਹਮਣੇ ਕਰ ਦਿੱਤਾ। ਇਹ ਤਾਂ ਸੁਖਾਲਾ ਸੀਗਾ। ਸਗੋਂ ਦਾਰੂ ਚੱਕ ਵਾਲੇ ਮਸਲੇ ਦੇ ਵਿੱਚ ਦੇਖੀਏ, ਗਵਰਨਰ ਸਾਹਿਬ ਨੇ ਇੱਕ ਸਿੱਟ ਕਨਸਟੀਟਿਊਟ ਕੀਤੀ ਸੀ, ਪਰ ਇਹਦੇ ਬਾਅਦ ਚ ਸਿੱਟੇ ਕਿਹੋ ਜਿਹੇ ਨਿਕਲਣੇ ਨੇ ਕਿ ਪੰਜਾਬ ਨੇ ਸੰਤਾਪ ਪਹਿਲਾਂ ਵੀ ਭੋਗਿਆ ਵਾ, ਉਸ ਪਾਸੇ ਨੂੰ ਨਹੀਂ ਜਾਣਾ ਚਾਹੀਦਾ। YouTube ਚੈਨਲ ਤਾਂ ਚਾਲੂ ਕਰ ਦਿੱਤਾ ਹੈ, ਪਰ 3 ਮਹੀਨੇ ਹਾਲੇ ਜਿਹੜੇ ਬਾਕੀ ਪ੍ਰਸਾਰਣ, ਜਿਹੜੇ ਸੈਟੇਲਾਈਟ ਪ੍ਰਸਾਰਣ ਦੇ ਜਿਹੜੇ ਰਾਈਟਸ ਨੇ ਉਹ PTC ਕੋਲ ਹੀ ਰਹਿਣ। PTC ਦੇ ਇੱਕ ਅਧਿਕਾਰ ਦੀ ਗੱਲ ਹੈਗੀ ਆ, ਉਹ ਨੋ ਡਾਊਟ ਇਹ ਬਿੱਲ ਵੀ ਜਿਹੜਾ ਸੀਗਾ ਇਸ ਚੀਜ਼ ਨੂੰ ਲੈ ਕੇ ਮੂਵ ਹੋਇਆ ਸੀ। 1 ਮਹੀਨੇ ਦੇ ਲਈ ਜਿਹੜਾ 12 ਲੱਖ ਰੁਪਈਆ ਉਹਦੀ ਮੇਨਟੇਨੈਂਸ YouTube ਦਾ ਵੀ ਹੈਗਾ, ਮੈਨੂੰ ਲੱਗਦਾ ਉਹ ਵੀ PTC ਗਰੁੱਪ ਨੇ ਕਮਿਟਮੈਂਟ ਕੀਤੀ ਆ ਵੀ ਅਸੀਂ ਕਰਾਂਗੇ। ਇਹ ਚੀਜ਼ ਟੈਲੀਕਾਸਟ ਮੁਕੰਮਲ ਤੌਰ ਤੇ ਵਾਪਸ ਲੈ ਲੈਣੀ ਚਾਹੀਦੀ ਆ। PTC ਦੇ ਮਾਲਕ ਸੁਖਬੀਰ ਬਾਦਲ ਜੀ ਨਾ ਹੁੰਦੇ, ਜੇ ਆਪਾਂ ਸਿੱਧੀ ਗੱਲ ਕਰੀਏ, ਇਹ ਉਸ ਚੈਨਲ ਦਾ ਮਾਲਕ ਕੋਈ ਹੋਰ ਹੁੰਦਾ, XYZ, ਜਿੰਦਾ ਕਿ ਸਿਆਸਤ ਨਾਲ ਕੋਈ ਸਰੋਕਾਰ ਨਾ ਹੁੰਦਾ। ਕੀ ਤੁਹਾਨੂੰ ਲੱਗਦਾ ਕਿ ਐਡਾ ਵੱਡਾ ਮੁੱਦਾ ਇਸ ਤਰੀਕੇ ਨਾਲ ਬਣਾਇਆ ਜਾ ਸਕਦਾ ਸੀ? ਸੈਟੇਲਾਈਟ ਵਾਸਤੇ ਤੁਸੀਂ ਸਿਰਫ ਭਾਰਤ 'ਚ ਤਾਂ ਚਲੋ ਅਪਰੂਵਲਸ ਮਿਲ ਜਾਣਗੀਆਂ, ਪਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਨੇ, ਉੱਥੇ ਅਪਰੂਵਲ ਇੰਨੀ ਸੌਖੀ ਨਹੀਂ ਹੈਗੀ। ਉੱਥੇ ਅਪਰੂਵਲ ਇਹ ਨਹੀਂ ਹੈ ਕਿ ਤੁਸੀਂ ਅੱਜ ਚਿੱਠੀ ਦੋਗੇ ਕੱਲ ਤੁਹਾਨੂੰ ਅਪਰੂਵਲ ਮਿਲ ਜੂਗੀ। ਪਹਿਲਾਂ SGPC ਦੀ ਨਾਕਾਮੀ ਤੇ ਨਲਾਇਕੀ ਜ਼ਰੂਰ ਰਹੀ ਹੈ। ਐਡਾ ਸਾਡਾ ਵੱਡਾ ਬਜਟ ਹੋਵੇ SGPC ਦਾ, ਐਡੀ ਵਿਸ਼ਾਲ ਹੋਵੇ ਤੇ ਆਪ ਦਾ ਇੱਕ ਚੈਨਲ ਨਹੀਂ ਬਣਾ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ EMPLOYEES ਯੂਨੀਅਨ ਵੀ ਬਣਾ ਲਿੱਤੀ ਕਿ ਜਿਹੜਾ ਯੂਨੀਅਨ ਵਾਲੇ ਪਾਸੇ ਤੁਸੀਂ ਤੁਰੇ ਹੋ, ਵਾਪਸ ਆ ਜਾਓ, ਕਿਸੇ ਦੇ ਹੱਥਾਂ 'ਚ ਨਾ ਖੇਡੋ। ਯਾਨੀ ਕਿ ਕਿਤੇ ਨਾ ਕਿਤੇ ਸਰਕਾਰ ਤੇ ਇਸ਼ਾਰਾ ਕਰ ਰਹੇ ਸੀ। ਯੂਨੀਅਨ ਨੂੰ ਵੀ ਹਮਾਇਤ ਨਹੀਂ ਉਹਦੀ ਕਰਨੀ ਚਾਹੀਦੀ, ਗਵਰਨਮੈਂਟ ਨੂੰ ਇਸ ਤੇ ਸਖਤੀ ਵੀ ਹੋਣਾ ਚਾਹੇ ਤਾਂ ਮੈਨੂੰ ਤਾਂ ਸਖਤੀ ਲੈਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਆ ਸਰਕਾਰ ਨੂੰ 5 ਸਾਲ ਉਲਝਾ ਲਈਏ, ਅਗਲੀ ਸਰਕਾਰ ਨਾਲ ਤਾਂ ਸਾਡੀਆਂ ਸੈਟਿੰਗਾਂ ਹੋਈਆਂ ਵੀ ਹੈ। ਕਿ ਅਗਲੀ ਸਰਕਾਰ ਇਦੋਂ ਵੀ ਵੱਧ ਇਮਾਨਦਾਰਾਂ ਦੀ ਆਊਗੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਂਦਾ ਵੇ। ਜੀ ਹਾਂ, ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ, ਇਹਨਾਂ ਦੇ ਵਿਚਾਲੇ ਜੰਗ ਕੋਈ ਹਾਲੇ ਠੰਡੀ ਨਹੀਂ ਪੈ ਰਹੀ। ਚਿੱਠੀਆਂ ਦਾ ਜ਼ਿਕਰ ਹੋ ਜਾਂਦਾ ਹੈ। ਨਵੀਂ ਚਿੱਠੀ ਅੱਜ ਫਿਰ ਇੱਕ ਆ ਗਈ ਹੈ। ਐਤਕੀ ਚਿੱਠੀ ਗਵਰਨਰ ਸਾਹਿਬ ਨੇ ਲਿਖੀ ਹੈ। ਗਵਰਨਰ ਸਾਹਿਬ ਨੇ ਸਾਫ਼ ਲਿਖਿਆ ਕਿ ਮੁੱਖ ਮੰਤਰੀ ਸਾਹਿਬ, ਤੁਹਾਡਾ ਜਿਹੜਾ 19 ਤੇ 20 ਤਰੀਕ ਨੂੰ ਸੈਸ਼ਨ ਬੁਲਾਇਆ ਗਿਆ ਸੀ ਉਹ ਗੈਰ ਸੰਵਿਧਾਨਕ ਸੀ। ਮੈਂ ਇਹ ਜਿਹੜੇ ਐਕਸਪਰਟਸ ਨੇ, ਉਹਨਾਂ ਤੋਂ, ਕਾਨੂੰਨੀ ਐਕਸਪਰਟਸ ਸੀ, ਉਹਨਾਂ ਤੋਂ ਰਾਏ ਲੈ ਕੇ ਮੈਂ ਇਹ ਤਸਦੀਕ ਕਰਦਾ। ਤੇ ਨਾਲ ਜ਼ਿਕਰ ਉਹ ਲਵ ਲੈਟਰ ਦਾ, ਕਹਿੰਦੇ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ, ਮੇਰੇ ਵੱਲੋਂ ਚਿੱਠੀਆਂ ਜਿਹੜੀ ਤੁਹਾਨੂੰ ਲਵ ਲੈਟਰ ਲੱਗਦੀਆਂ, ਉਹਨਾਂ ਦਾ ਜਵਾਬ ਦਿਓ। ਤੇ ਇੱਕ ਚਿੱਠੀ ਨਹੀਂ, ਨਾਲ ਪੂਰਾ ਉਹਨਾਂ ਨੇ ਪੁਲੰਦਾ ਵੀ ਭੇਜਿਆ ਕਿ ਸਾਰੀਆਂ ਚੀਜ਼ਾਂ ਮੈਂ ਨਾਲ ਨੱਥੀ ਕਰ ਰਿਹਾ। ਹੁਣ ਇਸ ਦਾ ਜਵਾਬ ਮੈਨੂੰ ਲੱਗਦਾ ਕਿ ਸ਼ਾਇਦ ਆਪਣਾ ਜਦੋਂ ਪ੍ਰੋਗਰਾਮ ਜਾਂ ਤਾਂ ਖਤਮ ਹੋਏਗਾ ਜਾਂ ਚੱਲ ਰਿਹਾ ਹੋਏਗਾ, ਹੋ ਸਕਦਾ ਕਿ ਮਾਨ ਸਾਹਿਬ ਵੱਲੋਂ ਵੀ ਕੋਈ ਜਵਾਬ ਆ ਜਾਏ। ਪਰ ਇਹ ਮੇਨੋ ਮਿਨੀ ਖਤਮ ਕਦੋਂ ਹੋਏਗੀ? ਕਦੋਂ ਦੋਨੋਂ ਸਿਆਸਤਦਾਨ ਪੰਜਾਬ ਦੇ ਬਾਰੇ ਗੱਲ ਕਰਨਗੇ? ਇਸੇ ਮੁੱਦੇ ਤੇ ਹੀ ਚਰਚਾ ਕਰਨ ਲਈ ਮੇਰੇ ਨਾਲ ਅੱਜ ਮੌਜੂਦ ਰਹਿਣਗੇ ਡਾਕਟਰ ਬੂਟਾ ਸਿੰਘ ਬੈਰਾਗੀ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰੇ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਆ ਮੇਨੋ ਮਿਨੀ ਆਖਰ ਕਦੋਂ ਖਤਮ ਹੋਏਗੀ? ਇਹ ਚਿੱਠੀਆਂ ਦਾ ਜ਼ਿਕਰ ਆ ਜਾਂਦਾ, ਫਿਰ ਉਹ ਜਿਵੇਂ ਜ਼ਿਕਰ ਉਹਨਾਂ ਨੇ ਕਿਹਾ, ਕਹਿੰਦੇ ਕਿ ਜਿਹੜੇ ਮੇਰੇ ਤੁਹਾਨੂੰ ਲਵ ਲੈਟਰ ਲੱਗਦੇ ਨੇ, ਕਹਿੰਦੇ ਉਹਨਾਂ ਦਾ ਜਵਾਬ ਤਾਂ ਦੇ ਦਿਓ ਜੀ। ਹਾਂਜੀ ਸੁਰਿੰਦਰ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ ਬਈ। ਇੱਕ ਤਾਂ ਇਹ ਸਿਲਸਿਲਾ ਜਿਹੜਾ ਕਾਫੀ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਵਾ। ਇਹ ਫਰਵਰੀ ਤੋਂ ਜਦੋਂ ਬਜਟ ਸੈਸ਼ਨ ਕਾਲ ਕਰਨਾ ਸੀਗਾ,
ਉਸ ਵੇਲੇ ਤੋਂ ਇਹ ਮਿਹਣੋ ਮਿਹਣੀ ਹੋਣ ਦਾ ਜਾਂ ਇੱਕ ਦੂਜੇ ਨੂੰ ਟਿੱਚਰਾਂ ਕਰਨ ਦਾ ਜਾਂ ਇਹੋ ਜਿਹਾ ਇਹ ਸਿਲਸਿਲਾ ਚੱਲਿਆ ਆ ਰਿਹਾ ਵਾ। ਜਦੋਂ ਬਜਟ ਸੈਸ਼ਨ ਕਾਲ ਕਰਨ ਲਈ ਕੈਬਨਿਟ ਨੇ ਅਪਰੋਚ ਕੀਤਾ ਗਵਰਨਰ ਸਾਹਿਬ ਨੂੰ, ਤਾਂ ਗਵਰਨਰ ਸਾਹਿਬ ਨੇ ਕਿਹਾ ਕਿ ਪਹਿਲਾਂ ਜਿਹੜੀਆਂ ਮੈਂ 10 ਲੈਟਰਸ ਲਿਖ ਚੁੱਕਿਆ ਵਾਂ ਉਹਨਾਂ ਦਾ ਪਹਿਲਾਂ ਤੁਸੀਂ ਮੈਨੂੰ ਜਵਾਬ ਦੇ ਦਿਓ, ਕਿਉਂਕਿ ਤੁਸੀਂ ਕਨਸਟੀਟਿਊਸ਼ਨਲੀ ਬਾਉਂਡ ਹੋ। ਤਾਂ ਫਿਰ ਕਿਤੇ ਨਾ ਕਿਤੇ ਮੈਟਰ ਸੁਪਰੀਮ ਕੋਰਟ ਚਲਿਆ ਗਿਆ। ਸੁਪਰੀਮ ਕੋਰਟ ਨੇ ਪਹਿਲੀ ਹੀਅਰਿੰਗ ਤੇ ਜਿਹੜੇ ਸੋਲਿਸਿਟਰ ਜਨਰਲ ਆਫ ਇੰਡੀਆ ਮਹਿਤਾ ਸਾਹਿਬ ਸੀਗੇ, ਇਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਗਵਰਨਰ ਸਾਹਿਬ ਨੂੰ, ਉਹਨਾਂ ਨੇ ਕਹਿੰਦਾ ਇਹ ਬਜਟ ਸੈਸ਼ਨ ਸੱਦਣ ਲਈ ਅਸੀਂ ਤਿਆਰ ਹੈਗੇ ਆ, ਤੇ ਉਹ ਬਜਟ ਸੈਸ਼ਨ ਕਾਲ ਕੀਤਾ ਗਿਆ। ਸੁਰਿੰਦਰ ਜੀ, ਦੇਖਣ ਵਾਲੀ ਇਹ ਗੱਲ ਹੈਗੀ ਆ ਬਈ ਗਵਰਨਰ ਸਾਹਿਬ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਸੀਗੀਆਂ, ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਐਜ਼ ਏ ਲਵ ਲੈਟਰ ਕਹਿ ਕੇ ਸੰਬੋਧਨ ਕੀਤਾ, ਬੜਾ ਮਜ਼ਾਕੀਏ ਲੈਵਲ ਦੇ ਵਿੱਚ ਇਹ ਸਾਰਾ ਕੁਝ ਹੋਇਆ। ਉਹ ਚਿੱਠੀਆਂ ਰਿਗਾਰਡਿੰਗ ਸੀਗੀਆਂ, ਇੱਕ ਤਾਂ ਜਿਹੜੀ ਸਿਲੈਕਸ਼ਨ ਕੀਤੀ ਸੀਗੀ ਪਹਿਲੇ ਬੈਚ ਦੇ 26 ਪ੍ਰਿੰਸੀਪਲਸ ਦੀ, ਗਵਰਨਰ ਸਾਹਿਬ ਨੇ ਪੁੱਛਿਆ ਸੀਗਾ ਵੀ ਉਹ ਕ੍ਰਾਈਟੇਰੀਆ ਕੀ ਸੀ ਸਿਲੈਕਸ਼ਨ ਦਾ, ਇੱਕ ਤਾਂ ਤੁਸੀਂ ਮੈਨੂੰ ਉਹ ਦੱਸੋ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਡਰੱਗਸ ਨੂੰ ਲੈ ਕੇ, ਬਈ ਡਰੱਗਸ ਪੰਜਾਬ ਦੇ ਵਿੱਚ ਉਵੇਂ ਹੀ ਫੈਲ ਰਿਹਾ ਵਾ, ਜਾਂ ਕਿਤੇ ਨਾ ਕਿਤੇ ਕਰਪਸ਼ਨ ਨੂੰ ਲੈ ਕੇ, ਜਾਂ ਇੱਕ ਮੁੱਦਾ ਬੜਾ ਸੁਖਪਾਲ ਸਿੰਘ ਖਹਿਰਾ ਨੇ ਚੱਕਿਆ ਸੀਗਾ ਕਟਾਰੂ ਚੱਕ ਵਾਲਾ, ਕਟਾਰੂ ਚੱਕ ਨੂੰ ਲੈ ਕੇ ਵੀ ਜਿਹੜਾ ਸੈਕਸ਼ੂਅਲ ਮਿਸਕੰਡਕਟ ਦਾ ਸੀਗਾ, ਵੀ ਉਹ ਜਿੰਨੀ ਵੀ ਕਮਿਊਨੀਕੇਸ਼ਨ ਸੀਗੀ ਗਵਰਨਰ ਸਾਹਿਬ ਜਿਹੜਾ ਕੁਝ ਮੰਗਦੇ ਸੀ ਤੇ ਚੀਫ ਮਿਨਿਸਟਰ ਉਹ ਚੀਜ਼ ਨਹੀਂ ਸੀ, ਉਹਦਾ ਰਿਪਲਾਈ ਨਹੀਂ ਸੀ ਕਰ ਰਹੇ, ਤੇ ਉਦੋਂ ਬੜਾ ਮਾੜਾ ਲੱਗਿਆ। ਚਲੋ ਦੋਨੇ ਹੀ ਮਹਾਨ ਸ਼ਖਸੀਅਤਾਂ ਹੈਗੀਆਂ, ਤੇ ਸੁਪਰੀਮ ਕੋਰਟ ਨੇ ਵੀ ਆਪਣੀ ਟਿੱਪਣੀ ਦੇ ਵਿੱਚ ਕਿਹਾ ਸੀ ਵੀ ਦੋਨਾਂ ਨੂੰ ਡਿਕੋਰਮ ਦੇ ਵਿੱਚ ਰਹਿਣਾ ਚਾਹੀਦਾ ਵਾ, ਦੋਨਾਂ ਨੂੰ ਰਿਸਪੈਕਟਫੁਲ ਵੇ ਦੇ ਨਾਲ ਇੱਕ ਦੂਜੇ ਨੂੰ ਡੀਲ ਕਰਨਾ ਚਾਹੀਦਾ ਵਾ। ਤੇ ਮਾਨ ਸਾਹਿਬ ਨੇ ਕਿਹਾ ਵੀ ਮੈਂ ਚੁਣਿਆ ਹੋਇਆ ਮੁੱਖ ਮੰਤਰੀ ਆ, 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ, ਮੈਂ ਗਵਰਨਰ ਨੂੰ ਜਵਾਬ ਦੇ ਨਹੀਂਗਾ। ਮੈਨੂੰ ਲੱਗਦਾ ਇਹੋ ਜਿਹੀਆਂ ਕਟਾਸ਼ ਭਰੀਆਂ ਜਿਹੜੀਆਂ ਟਿੱਪਣੀਆਂ ਸੀਗੀਆਂ ਉਹ ਅੱਜ ਤੱਕ ਪ੍ਰਵੇਲਡ ਹੈਗੀਆਂ ਨਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ। ਤੇ ਦੂਜਾ ਪੱਖ ਇਹਦਾ ਇਹ ਵੀ ਹੈਗਾ, ਆਪਾਂ ਇਸ ਚੀਜ਼ ਤੋਂ ਵੀ ਮੁੱਕਰ ਨਹੀਂ ਹੋ ਸਕਦੇ ਵੀ ਕਿਤੇ ਨਾ ਕਿਤੇ ਪੋਲਿਟਿਕਸ ਵੀ ਜਾਰੀ ਹੈਗੀ ਆ, ਕਿਉਂਕਿ ਆਮ ਆਦਮੀ ਪਾਰਟੀ ਫੁੱਲ ਫਲੈਜਡ ਇੱਥੇ ਸਟੇਟ ਦੇ ਵਿੱਚ ਹੈਗੀ, ਪੰਜਾਬ ਦੇ ਵਿੱਚ, ਉੱਥੇ ਅਧੂਰੀ ਸਟੇਟ ਦੇ ਵਿੱਚ ਦਿੱਲੀ ਦੇ ਵਿੱਚ ਹੈਗੀ, ਉੱਥੇ ਕਨਫਲਿਕਟ ਨੂੰ ਲੈ ਕੇ ਅੱਜ ਵੀ ਸਥਿਤੀ ਤਣਾਅਪੂਰਕ ਬਣੀ ਪਈ ਆ ਜਿਹੜਾ ਆਰਡੀਨੈਂਸ ਲਿਆਂਦਾ ਵਾ, ਤੇ ਉਹ ਕਿਤੇ ਨਾ ਕਿਤੇ ਇੱਥੇ ਪੰਜਾਬ ਦੀ ਧਰਤੀ ਵਿੱਚ ਵੀ ਖੇਡੀ ਜਾ ਰਹੀ ਆ। ਹੁਣ ਮਸਲਨ ਇਹ ਹੈ ਵੀ ਕੀ ਪੰਜਾਬ ਇਸ ਕਿੜ ਨੂੰ ਝੱਲਣ ਦੇ ਲਈ ਸਮਰੱਥ ਹੈ ਕਿ ਨਹੀਂ ਹੈ। ਤਾਂ ਮੈਂ ਮੋਟੇ ਜਿਹੇ ਸ਼ਬਦਾਂ 'ਚ ਇਹ ਕਹਿ ਸਕਦਾ ਵੀ ਐਜ਼ ਏ ਬਾਰਡਰ ਸਟੇਟ ਜਾਂ ਐਜ਼ ਏ ਫਾਈਨੈਂਸ਼ੀਅਲ ਜਿਹੜਾ ਸਾਡਾ ਕ੍ਰਾਈਸਿਸ ਹੈਗਾ ਵਾ, ਜਾਂ ਹੜ੍ਹਾਂ ਦੀ ਮਾਰ ਦੇ ਨਾਲ ਲੱਗ ਕੇ, ਵੀ ਸਾਡਾ ਬਿਹਤਰੀ ਦਾ ਫਾਇਦਾ ਇਸੇ ਦੀ ਆ ਵੀ ਅਸੀਂ ਗਵਰਨਰ ਜਾਂ ਸੈਂਟਰ ਗਵਰਨਮੈਂਟ ਨਾਲ ਪ੍ਰੋਪਰ ਬਣਾ ਕੇ ਰੱਖੀਏ ਘੱਟੋ ਘੱਟ। ਤੇ ਦੂਜਾ ਸਵਾਲ ਇਹ ਪੈਦਾ ਹੁੰਦਾ ਵੀ ਲੀਗਲੀ ਜਾਂ ਕਨਸਟੀਟਿਊਸ਼ਨਲੀ ਕੌਣ ਸਹੀ ਆ ਤੇ ਕੌਣ ਗਲਤ ਆ। ਤੇ ਜਿਸ ਤਰ੍ਹਾਂ ਗਵਰਨਰ ਸਾਹਿਬ ਨੇ ਅੱਜ ਇੱਕ ਲੇਟੈਸਟ ਚਿੱਠੀ ਕੱਢੀ ਆ, ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵਾ ਵੀ ਜਿਨ੍ਹਾਂ ਨੂੰ ਤੁਸੀਂ ਲਵ ਲੈਟਰ ਕਹਿੰਦੇ ਸੀਗੇ ਉਹ ਅਸਲ ਵਿੱਚ ਮੈਂ ਆਪਦੀ ਡਿਊਟੀ ਪੂਰੀ ਕਰ ਰਿਹਾ ਸੀ, ਵੀ ਤੁਸੀਂ ਵੀ ਡਿਊਟੀ ਬਾਉਂਡ ਹੋ ਮੈਨੂੰ ਰਿਪਲਾਈ ਕਰਨ ਲਈ ਜੇ ਮੈਂ ਕੋਈ ਕੁਐਸਚਨ ਰੇਜ਼ ਕਰਦਾ ਤਾਂ। ਤੇ ਨਾਲ ਹੀ ਉਹਨਾਂ ਨੇ ਇਹ ਵੀ ਲਿਖਿਆ ਵੀ ਮੈਂ ਉਹ ਚਿੱਠੀ ਜਿਹੜੇ ਕਮੈਂਟਸ ਹੈਗੇ ਨੇ ਐਕਸਪਰਟਸ ਦੇ, ਕਨਸਟੀਟਿਊਸ਼ਨਲ ਐਕਸਪਰਟਸ ਦੇ ਜਾਂ ਵਕੀਲ ਸਾਹਿਬਾਨਾਂ ਦੇ, ਉਹ ਵੀ ਮੈਂ ਇਸ ਚਿੱਠੀ ਦੇ ਨਾਲ ਲਿਖ ਕੇ ਭੇਜ ਰਿਹਾ। ਤੇ ਸੁਰਿੰਦਰ ਜੀ, ਇਦੋਂ ਵੀ ਵੱਡੀ ਗੱਲ ਆਪਾਂ ਇਹ ਦੇਖਦੇ ਹਾਂ ਬਈ ਜਿਸ ਹਿਸਾਬ ਨਾਲ ਉੱਪਰਲੇ ਲੈਵਲ ਤੇ ਪੋਲਿਟਿਕਸ ਖੇਡੀ ਜਾ ਰਹੀ ਆ, ਇਸ ਪੋਲਿਟਿਕਸ ਨੂੰ ਥੱਲੇ ਵਾਲੀ ਆਵਾਮ ਵੱਲੋਂ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਕੋਈ ਇਹ ਪੋਲੀਟੀਕਲ, ਮੈਂ ਜਿੱਥੋਂ ਤੱਕ ਮਹਿਸੂਸ ਕਰਦਾ ਵੀ ਉਹ ਇਸ਼ੂ ਨਹੀਂ ਬਣ ਪਾ ਰਿਹਾ, ਕਿਉਂਕਿ ਪੰਜਾਬ ਦੀ ਜਨਤਾ ਹੁਣ ਤਾਂ ਹੜ੍ਹਾਂ ਦੀ ਮਾਰ, ਨਸ਼ਾ ਵੀ ਐਜ਼ ਇਟ ਇਜ਼ ਉਹਦੇ ਵਿੱਚ ਹੈਗਾ, ਇਹ 'ਚ ਕੋਈ ਦੋਰੋ ਨਹੀਂ, ਕਰਪਸ਼ਨ ਵੀ ਪਿੱਛੇ ਜੇ ਇੱਕ ਹੁਣੇ 2-4 ਦਿਨ ਹੋਏ ਪੁਲਿਸੀਏ ਨੇ ਜਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਕਰਪਸ਼ਨ ਵੀ ਕਿਤੇ ਨਾ ਕਿਤੇ ਉਵੇਂ ਹੀ ਰਿਫਲੈਕਟ ਹੋ ਰਹੀ ਆ, ਚਾਹੇ ਉਹ ਐਸਡੀਐਮ ਦਾ ਤਹਿਸੀਲਦਾਰਾਂ ਨੇ ਬਾਈਕਾਟ ਕੀਤਾ ਹੋਵੇ। ਬਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇ ਅੱਜ ਦੀ ਜਿਹੜੀ ਲੈਟਰ ਆ, ਤੇ ਹਜੇ ਮੈਨੂੰ ਲੱਗਦਾ ਸੀਐਮ ਸਾਹਿਬ ਦਾ ਕੋਈ ਜਵਾਬ ਨਹੀਂ ਆਇਆ, ਤੇ ਦੇਖਦੇ ਆ ਅੱਗੇ ਕਿਹੜੇ ਪਾਸੇ ਨੂੰ ਇਹ ਜਾਂਦੀ ਹੈ ਖੇਡ। ਤੇ ਮੈਂ ਇਸਦੇ ਨਾਲ ਹੀ ਕੰਟੀਨਿਊ ਰਹਿਣਾ ਚਾਹੁੰਦਾ ਵੀ ਸੁਰਿੰਦਰ ਜੀ, ਵੱਡਾ ਸਵਾਲ ਇਸ ਤੇ ਪੈਦਾ ਹੁੰਦਾ ਜੇ ਵਾਕਿਆ ਹੀ ਇਹ ਜਿਹੜਾ ਲੇਟੈਸਟ ਸਪੈਸ਼ਲ ਸੈਸ਼ਨ ਸੱਦਿਆ ਸੀਗਾ ਜੇ ਗੈਰ ਸੰਵਿਧਾਨਿਕ ਜਾਂ ਇਲੀਗਲ ਸੀ, ਤਾਂ ਉਹਦੇ ਤੇ ਹੋਏ ਖਰਚੇ ਦੀ ਭਰਪਾਈ ਕੌਣ ਕਰੂਗਾ। ਔਰ ਟੈਕਸ ਪੇਅਰਸ ਦੀ ਮਨੀ ਸੀਗੀ ਉਹਦੇ ਵਿੱਚ। ਐਮ ਜਿਹੜੇ 4 ਬਿੱਲ ਲੈ ਕੇ ਆਂਦੇ ਸੀਗੇ, BBMB ਦਾ ਸੀਗਾ, ਜਾਂ ਯੂਨੀਵਰਸਿਟੀ ਨੂੰ ਲੈ ਕੇ ਸੀਗਾ, ਜਾਂ GDP ਨੂੰ ਆਪਣੇ ਸੀਗਾ, DGP ਨੂੰ ਲੈ ਕੇ, UPSC ਨੂੰ ਲੈ ਕੇ ਸੀਗਾ, ਜਾਂ ਇੱਕ ਚੌਥਾ ਬਿੱਲ ਸੀਗਾ ਰੂਰਲ ਡਿਵੈਲਪਮੈਂਟ ਫੰਡ ਨੂੰ ਲੈ ਕੇ। ਪ੍ਰੇਮਾ ਫਸਾਈ ਮੋਟੇ ਜਿਹੇ ਤੌਰ ਤੇ ਅਸੀਂ ਜੇ ਇਹ ਦੇਖੀਏ ਤਾਂ ਕੋਈ ਇਹ ਸਪੈਸ਼ਲ ਸੈਸ਼ਨ ਦੇ ਵਿੱਚ ਵਿਚਾਰੇ ਜਾਣ ਵਾਲੇ
ਬਿੱਲ ਨਹੀਂ ਸੀਗੇ। ਜੇ ਮੰਨ ਲਓ ਕਿਤੇ ਨਾ ਕਿਤੇ ਆਰਡੀਐਫ ਦਾ ਮਸਲਾ ਸੀਗਾ ਜਾਂ ਤੁਸੀਂ ਕੋਈ ਵੀ ਉਹ ਜਿਹਾ ਬਿੱਲ ਲੈ ਕੇ ਆਉਣਾ ਸੀਗਾ, ਕੋਈ ਵੀ ABCD, ਮਤਲਬ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਕੋਈ ਇੰਨੀ ਫਸੀ ਨਹੀਂ ਸੀ। ਆਰਡੀਨੈਂਸ ਪਾਸ ਕਰ ਸਕਦੇ ਸੀਗੇ। ਸਪੈਸ਼ਲ ਸੈਸ਼ਨ ਤਾਂ ਉਦੋਂ ਹੀ ਸੱਦਿਆ ਜਾਂਦਾ ਹੁੰਦਾ ਜਿੱਥੇ ਜਾਂ ਤਾਂ ਬਹੁਤ ਤਤਕਾਲੀਨ ਕਾਰਨ ਪੈਦਾ ਹੋ ਜਾਣ, ਕੋਈ ਇਮਰਜੈਂਸੀ ਸਿਚੁਏਸ਼ਨਸ ਪੈਦਾ ਹੋ ਜਾਵੇ, ਜਾਂ ਕੋਈ ਉਹੋ ਜਿਹੇ ਹਾਲਾਤ ਬਣ ਜਾਣ, ਅੱਧੇ ਤੋਂ ਵੱਧ MLA ਲਿਖ ਕੇ ਦੇਣ ਵੀ ਸਪੈਸ਼ਲ ਸੈਸ਼ਨ ਡਿਮਾਂਡ ਆ। ਤੇ ਜੇ ਮੋਟੀ ਜੀ ਗੱਲ ਜੇ ਇਲੀਗਲ ਸੀ ਤਾਂ ਇਹਦੇ ਤੇ ਹੋਏ ਖਰਚੇ ਦੀ ਭਰਪਾਈ ਕੌਣ ਕਰੂਗਾ? ਡਾਕਟਰ ਸਾਹਿਬ ਦੇਖੋ, ਜਿਹੜਾ ਤੁਸੀਂ ਕਿਹਾ ਅੱਧੇ ਤੋਂ MLA ਵੱਧ ਲਿਖ ਕੇ ਦੇਣ, ਉਹ ਤਾਂ ਆਮ ਆਦਮੀ ਪਾਰਟੀ ਉੱਥੇ ਪੁੱਗਦੀ ਹੈ, ਅੱਧੇ ਨਾਲੋਂ ਵੱਧ MLA ਤੋਂ ਲਈ ਬੈਠੇ ਨੇ। ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਵੀ ਤਸਦੀਕ ਕਰ ਰਹੇ ਹੋ ਕਿ ਕੋਈ ਇੰਨੀ ਫਸੀ ਨਹੀਂ ਸੀ ਕਿ ਉਹ ਇੱਕ ਸੈਸ਼ਨ ਸੱਦ ਲਿਆ ਜਾਏ? ਸ਼ਾਇਦ ਗਵਰਨਰ ਸਾਹਿਬ ਵੀ ਉਸੇ ਦਾ ਹੀ ਜ਼ਿਕਰ ਕਰ ਰਹੇ ਨੇ। ਨਾਲੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ, ਕਹਿੰਦੇ ਕਿ ਮੈਨੂੰ ਬੜੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ, ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਦਿਓ। ਕਿਵੇਂ ਦੇਖਦੇ ਹੋ? ਕਿਉਂਕਿ ਮੰਨ ਲਓ ਅਗਰ ਸ਼ਿਕਾਇਤਾਂ ਵੀ ਮਿਲੀਆਂ, ਹੁਣ ਮੈਂ ਦੂਜਾ ਪੱਖ ਵੀ ਆਪਾਂ ਦੇਖੀਏ, ਗਵਰਨਰ ਸਾਹਿਬ ਘੱਟ ਤੋਂ ਘੱਟ ਸੈਂਟਰ ਕੀ ਇੰਟਰਵੀਨ ਨਹੀਂ ਕਰ ਸਕਦਾ? ਕਿ ਸੈਂਟਰ ਦੇ ਕੋਲ ਪਾਵਰ ਨਹੀਂ ਹੁੰਦੀ ਕਿ ਅਗਰ ਇੱਕ ਸਟੇਟ ਦੇ ਵਿੱਚ ਕੋਈ ਵੀ ਬੰਦਾ, ਕੋਈ ਵੀ EMPLOYE ਜਾਂ ਕੋਈ ਵੀ ਮਿਨਿਸਟਰ ਜਾਂ ਕੋਈ ਵੀ, ਅਗਰ ਵਾਕਈ ਉੱਥੇ ਕਰਪਸ਼ਨ ਲੈਵਲ ਇੰਨਾ ਵੱਧ ਰਿਹਾ ਕਿ ਸੈਂਟਰ ਇੰਟਰਵੀਨ ਕਰਕੇ ਉੱਥੇ ਕਾਰਵਾਈ ਨਹੀਂ ਕਰ ਸਕਦਾ? ਜੀ ਬਿਲਕੁਲ ਸੁਰਿੰਦਰ ਜੀ, ਇਹਦੇ ਵਿੱਚ ਕੋਈ ਦੋ ਰਹਿ ਜਾਂ ਕੋਈ ਐਡਾ ਵੱਡਾ ਚੌੜਾ ਗਣੰਤ ਨੀਗਾ ਵੀ ਜਿਹੜਾ ਕਿਸੇ ਨੂੰ ਸਮਝ ਨਾ ਆਵੇ। ਆਰਟੀਕਲ 167 ਜੀ ਦਾ ਜ਼ਿਕਰ ਅੱਜ ਗਵਰਨਰ ਸਾਹਿਬ ਨੇ ਵੀ ਆਪਣੀ ਚਿੱਠੀ ਦੇ ਵਿੱਚ ਕੀਤਾ, ਮੈਂ ਉਹਨੂੰ ਵੀ ਬਾਅਦ ਚ ਵੀ ਮੈਂ ਦੇਖਿਆ। ਉਹ ਕਲੀਅਰਲੀ ਕਹਿੰਦਾ ਵਾ CM ਦੀ ਡਿਊਟੀ ਬਣਦੀ ਆ, ਕੋਈ ਵੀ ਗਵਰਨੈਂਸ ਨੂੰ ਲੈ ਕੇ ਮਸਲਨ ਹੁੰਦੇ ਆ ਤਾਂ ਉਹ ਗਵਰਨਰ ਜੇ ਪੁੱਛਦਾ ਸਟੇਟ ਗਵਰਨੈਂਸ ਨੂੰ ਲੈ ਕੇ ਤਾਂ ਉਹ ਡਿਊਟੀ ਬਾਉਂਡ ਹੈਗਾ ਵਾ ਰਿਪਲਾਈ ਦੇਣ ਲਈ ਜਾਂ ਉਹਨਾਂ ਨੂੰ ਅਵੇਅਰ ਕਰਨ ਲਈ ਗਵਰਨਰ ਸਾਹਿਬ ਨੂੰ। ਤੇ ਮੈਨੂੰ ਲੱਗਦਾ ਕੋਈ ਵੀ, ਜਿਵੇਂ ਤੁਹਾਡੇ ਵਾਲੀ ਗੱਲ, ਕੋਈ ਵੀ ਸਟੇਟ ਦੇ ਵਿੱਚ ਮਿਸ ਗਵਰਨੈਂਸ ਦੀ ਗੱਲ ਹੁੰਦੀ ਆ, ਚਾਹੇ ਨੋ ਡਾਊਟ ਪਾਸਟ ਟਾਈਮ 'ਚ ਵੀ ਹੁੰਦੀਆਂ ਰਹੀਆਂ, ਇਹ ਗਵਰਨਮੈਂਟ ਨੂੰ ਹੀ ਆਪਾਂ ਬਲੇਮ ਨਹੀਂ ਕਰ ਸਕਦੇ, ਚਾਹੇ ਉਹ ਨਸ਼ਾ ਹੋਵੇ, ਚਾਹੇ ਉਹ ਕਰਪਸ਼ਨ ਹੋਵੇ, ਪਰ ਐਜ਼ ਏ ਕਨਸਟੀਟਿਊਸ਼ਨਲ ਹੈਡ ਗਵਰਨਰ ਹੈਜ਼ ਰਾਈਟ ਟੂ ਇੰਟਰਵੀਨ। ਗਵਰਨਰ ਇੰਟਰਵੀਨ ਕਰ ਸਕਦਾ, CM ਤੋਂ ਪੁੱਛ ਸਕਦਾ ਵਾ ਜੇ ਕਿਸੇ ਦਾ ਕੰਡਕਟ, ਜਿਵੇਂ ਕਟਾਰੂ ਚੱਕ ਵਾਲੇ ਮਸਲੇ ਦੇ ਵਿੱਚ ਸੀਗਾ, ਉਹ ਐਪਰੋਪ੍ਰੀਏਟ ਜਾਂ ਐਜ਼ ਪਰ ਪਬਲਿਕ ਨੋਰਮਸ ਹੈ ਨਹੀਂਗਾ, ਤਾਂ ਗਵਰਨਰ ਸਾਹਿਬ ਇਹ ਵੀ ਕਹਿ ਸਕਦੇ ਆ ਵੀ ਤੁਸੀਂ ਇਹਨੂੰ ਵਜ਼ਾਰਤ ਤੋਂ ਰੱਖੋ ਨਾ ਰੱਖੋ, ਨੋ ਡਾਊਟ ਪ੍ਰੈਰੋਗੇਟਿਵ ਤਾਂ CM ਦਾ ਹੁੰਦਾ ਵਾ, ਪਰ ਐਟ ਦੀ ਐਂਡ CM ਇਜ਼ ਬਾਉਂਡ ਟੂ ਰਿਪਲਾਈ ਦਾ ਗਵਰਨਰਸ ਕੁਐਰੀਜ਼। ਨਹੀਂ, ਉਹੀ ਡਾਕਟਰ ਸਾਹਿਬ, ਮੰਨ ਲਓ ਜੇ ਗਵਰਨਰ ਸਾਹਿਬ ਨੂੰ ਲੱਗ ਰਿਹਾ ਕਿ ਮੈਨੂੰ ਬਹੁਤ ਸ਼ਿਕਾਇਤਾਂ ਮਿਲ ਰਹੀਆਂ, ਭ੍ਰਿਸ਼ਟਾਚਾਰ ਦੀਆਂ ਬੜੀਆਂ ਗੱਲਾਂ ਹੋ ਰਹੀਆਂ ਤੇ ਤੁਸੀਂ ਮੈਨੂੰ ਰਿਪਲਾਈ ਕਰੋ, ਤੁਹਾਨੂੰ ਨਹੀਂ ਲੱਗਦਾ ਕਿ ਮੰਨ ਲਓ ਜੇ ਗਵਰਨਰ ਸਾਹਿਬ, ਅਗਰ ਮੈਂ ਹੁਣ ਉਸ ਪਾਸੇ ਦੇਖਾਂ ਕਿ ਗਵਰਨਰ ਸਾਹਿਬ ਨੂੰ ਬੜਾ ਯਕੀਨ ਹੈ ਕਿ ਫਲਾਣਾ ਇੱਕ ਡਿਪਾਰਟਮੈਂਟ ਦੇ ਵਿੱਚ ਬਹੁਤ ਦਬ ਕੇ ਭ੍ਰਿਸ਼ਟਾਚਾਰ ਹੋਇਆ, ਕੀ ਸੈਂਟਰ ਤੋਂ CBI ਆ ਕੇ ਇਨਕੁਆਇਰੀ ਉੱਥੋਂ ਸਿੱਧਾ ਨਹੀਂ ਕਰ ਸਕਦੀ? ਜੇ ਤੁਹਾਨੂੰ ਵਾਕਈ ਇੰਨਾ ਪੁਖਤਾ ਨੇ ਤਾਂ ਨਾਲੇ ਸਗੋਂ ਤੁਹਾਡੇ ਤਾਂ ਸਵਾਲ ਹੀ ਖੜੇ ਕਰ ਸਕਦੇ ਹੋ ਤੁਸੀਂ ਕਿ ਦੇਖੋ ਸਰਕਾਰ ਨੂੰ ਤਾਂ ਮੈਂ ਚਿੱਠੀਆਂ ਬਹੁਤ ਲਿਖੀਆਂ, ਆਹ ਮਹਿਕਮੇ ਦੇ ਅੰਦਰ ਇਸ ਬੰਦੇ ਨੇ ਇੰਨਾ ਭ੍ਰਿਸ਼ਟਾਚਾਰ ਕੀਤਾ ਸੀ ਪਰ ਸਰਕਾਰ ਉਹਦੀ ਪੁਸ਼ਤਪਣਾਈ ਕਰਦੀ ਰਹੀ, ਸੂਬਾ ਸਰਕਾਰ, ਤੇ ਆਹ ਤੁਹਾਡੇ ਸਾਹਮਣੇ ਹੈ, ਅਸੀਂ ਉਹਦਾ ਚਿੱਠਾ ਸਾਹਮਣੇ ਕਰ ਦਿੱਤਾ। ਇਹ ਤਾਂ ਸੁਖਾਲਾ ਸੀਗਾ ਸਗੋਂ। ਨਹੀਂ, ਆਪਾਂ ਜੇ ਸੁਰਿੰਦਰ ਜੀ ਕਟਾਰੂ ਚੱਕ ਵਾਲੇ ਮਸਲੇ ਦੇ ਵਿੱਚ ਦੇਖੀਏ, ਗਵਰਨਰ ਸਾਹਿਬ ਨੇ ਇੱਕ ਸਿੱਟ ਕਨਸਟੀਟਿਊਟ ਕੀਤੀ ਸੀਗੀ ਤੇ ਉਹਦੀ ਫਾਈਂਡਿੰਗਸ ਕੀ ਆਈਆਂ, ਅੱਗੇ ਉਹ ਕਿਤੇ ਕੇਸ ਲੈਵਲ ਤੇ ਗਈਆਂ, ਇੱਕ ਪੈਰਲਲ ਸਿੱਟ ਬਣ ਗਈ, ਉਹ ਇੱਕ ਡਿਬੇਟੇਬਲ ਇਸ਼ੂ ਹੈਗਾ, ਜਾਂ ਉਹ ਕਦੋਂ ਮੈਚਿਓਰ ਹੁੰਦਾ ਵਾ ਜਾਂ ਉੱਤੇ ਕਦੋਂ ਐਕਸ਼ਨ ਹੁੰਦਾ ਵਾ, ਉਹ ਪੈਂਡਿੰਗ ਹੈਗਾ। ਹਾਂ, ਗਵਰਨਰ ਜੇ ਉਹਨੂੰ ਲੱਗੇ ਮਿਸ ਗਵਰਨੈਂਸ ਹੋ ਰਹੀ ਹੈ, ਕਰਪਸ਼ਨ ਹੋ ਰਹੀ ਹੈ ਕਿਸੇ ਪਾਰਟਿਕੂਲਰ ਡਿਪਾਰਟਮੈਂਟ, ਉਹਦੇ ਕੋਲੇ ਰਾਈਟਸ ਹੈਗਾ ਵਾ, ਉਹਦੀ ਕੁਐਰੀ, ਇਨਕੁਆਇਰੀ, ਇਨਵੈਸਟੀਗੇਸ਼ਨ ਮਾਰਕ ਕਰ ਸਕਦਾ ਟੂ ਹਾਇਰ ਆਫੀਸਰ, ਚਾਹੇ ਉਹ DGP ਰੈਂਕ ਦਾ ਹੋਵੇ, ਚਾਹੇ ਸਟੇਟ ਪੁਲਿਸ ਦਾ ਹੋਵੇ, ਚਾਹੇ ਉਹ CBI ਜਾਂ ਹੋਰ ਕੋਈ ਅਧਿਕਾਰੀ ਹੋਵੇ, ਤੇ ਗਵਰਨਰ ਕਰ ਸਕਦਾ ਵਾ। ਤੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ। ਇਹ ਚਿੱਠੀਆਂ ਵੀ ਮਾਧਿਅਮ ਇਹੀ ਆ, ਕਿਉਂਕਿ ਗਵਰਨਰ ਫॉर ਕੈਬਨਿਟ ਤੋਂ ਹਵਾਲਾ ਦੇ ਕੇ ਉਹ ਚੀਜ਼ਾਂ ਪੁੱਛ ਸਕਦਾ। ਜੇ ਕੈਬਨਿਟ ਉਹਦਾ ਐਪਰੋਪ੍ਰੀਏਟ ਜਵਾਬ ਨਹੀਂ ਦਿੰਦੀ ਤਾਂ ਗਵਰਨਰ ਦੇ ਕੋਲੇ ਅਥਾਰਟੀ ਹੈਗੀ ਆ, ਤੇ ਡਾਇਰੈਕਟਲੀ ਗਵਰਨਰ ਕਿਸੇ ਵੀ ਚੀਜ਼ 'ਚ ਇੰਟਰਵੇਨ ਨਹੀਂ ਕਰ ਸਕਦਾ। ਪਹਿਲਾਂ CM ਨੂੰ ਜਾਂ ਕੈਬਨਿਟ ਨੂੰ ਉਹਨੂੰ ਕਹਿਣਾ ਪਊਗਾ ਵੀ ਆਹ ਪ੍ਰੋਬਲਮਸ ਹੈਗੀਆਂ ਗਵਰਨੈਂਸ ਦੀਆਂ, ਇਹਦੇ 'ਚ ਮੈਨੂੰ ਪ੍ਰੋਬਲਮ ਸ਼ਿਕਾਇਤਾਂ ਮਿਲ ਰਹੀਆਂ, ਤੁਸੀਂ ਇਹਦਾ ਹੱਲ ਕੱਢੋ, ਮੈਨੂੰ ਜਵਾਬ ਦੇਵੋ। ਜੇ ਐਪਰੋਪ੍ਰੀਏਟ ਜਵਾਬ ਨਹੀਂ ਮਿਲਦਾ ਤਾਂ ਗਵਰਨਰ ਕੈਨ ਡੂ। ਐਟ ਦੀ ਐਂਡ ਗਵਰਨਰ ਇਹੀ ਚੀਜ਼ ਨੂੰ ਚੈੱਕ ਕਰਨ ਲਈ ਤਾਂ ਹੈ, ਜੇ ਵੀ ਉਹਦੀ ਕੈਬਨਿਟ ਪ੍ਰੋਪਰ ਕੰਮ ਨਹੀਂ ਕਰ ਰਹੀ ਤਾਂ ਉਹ ਆਪ ਇੰਟਰਵੀਨ ਕਰ ਸਕਦਾ ਵਾ। ਪਰ ਇਹਦੇ ਬਾਅਦ ਚ ਸਿੱਟੇ ਕਿਹੋ ਜਿਹੇ ਨਿਕਲਣੇ ਨੇ, ਇਹ ਪੰਜਾਬ ਨੇ ਸੰਤਾਪ ਪਹਿਲਾਂ ਵੀ ਭੋਗਿਆ ਵਾ, ਉਸ ਪਾਸੇ ਨੂੰ ਨਹੀਂ ਜਾਣਾ ਚਾਹੀਦਾ। ਇੱਕ ਮੈਚਿਓਰ ਪੋਲੀਟੀਸ਼ੀਅਨ ਸੰਗੂ ਕੰਮ ਲੈਣਾ ਚਾਹੀਦਾ ਜੇ ਕਿਤੇ ਜੈਨੂਇਨ ਰਿਪਲਾਈ ਹੈਗੀ ਆ, ਕਿਉਂਕਿ ਐਟ ਦੀ ਐਂਡ ਬੋਥ ਦਾ ਆਫਿਸ ਆਫ ਦਾ ਪਬਲਿਕ ਵੈਲਫੇਅਰ, ਤਾਂ ਉਸ ਨੂੰ ਕੰਸਰਨਲੀ ਐਡਰੈਸ ਕਰਨਾ ਚਾਹੀਦਾ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਉਧਰ SGPC ਵਾਲੇ ਪਾਸੇ ਜੇ ਗੱਲ ਕਰੀਏ,
ਇੱਧਰ ਕਿਉਂਕਿ ਇਹਨਾਂ ਨੇ ਗੁਰਦੁਆਰਾ ਜਿਹੜਾ ਐਕਟ ਸੋਧ ਐਕਟ ਤੇ ਵੀ ਕਿਹਾ ਸੀ, ਉੱਥੇ ਵੀ ਉਹ ਸੈਸ਼ਨ ਦੇ ਵਿੱਚ ਸੀਗਾ ਵੀ ਉਸ ਤੇ ਸੋਧ ਐਕਟ ਵਾਸਤੇ ਵੀ ਬਿੱਲ ਪਾਸ ਕਰ ਰਿਹਾ ਸੀ। ਉਧਰ ਕਿਵੇਂ ਦੇਖਦੇ ਹੋ? YouTube ਚੈਨਲ ਤਾਂ ਚਾਲੂ ਕਰ ਦਿੱਤਾ ਹੈ, ਪਰ 3 ਮਹੀਨੇ ਹਾਲੇ ਜਿਹੜੇ ਬਾਕੀ ਪ੍ਰਸਾਰਣ, ਜਿਹੜਾ ਸੈਟੇਲਾਈਟ ਪ੍ਰਸਾਰਣ ਦੇ ਜਿਹੜੇ ਰਾਈਟਸ ਨੇ ਉਹ PTC ਕੋਲ ਹੀ ਰਹਿਣਗੇ। ਕਿਵੇਂ ਦੇਖਦੇ ਹੋ ਉਧਰ? ਹਾਂ ਬਿਲਕੁਲ, YouTube ਚੈਨਲ ਦੀ ਮੈਨੂੰ ਲੱਗਦਾ ਅੱਜ ਸ਼ੁਰੂਆਤ ਹੋ ਗਈ ਹੈ ਤੇ ਬਾਕੀ ਪੈਰਲਲੀ PTC ਵੀ ਹੈਗਾ ਵਾ। ਮੈਨੂੰ ਲੱਗਦਾ ਸੁਰਿੰਦਰ ਜੀ ਅੱਜ ਦੀ ਆਵਾਜ਼ ਇਹ ਨਿਕਲ ਕੇ ਆ ਰਹੀ ਆ ਵੀ SGPC ਦਾ ਆਪਦਾ ਪ੍ਰੋਰੋਗੇਟਿਵਸ ਹੈਗਾ ਵਾ ਇਹਨੂੰ ਟੈਲੀਕਾਸਟ ਕਰਨ ਦਾ। ਸੋ ਐਜ਼ ਪਰ ਕਮਿਟਮੈਂਟ ਉਹਨਾਂ ਨੇ YouTube ਲਾਂਚ ਕਰਤਾ। ਜਿੱਥੋਂ ਤੱਕ PTC ਦੇ ਇੱਕ ਅਧਿਕਾਰ ਦੀ ਗੱਲ ਹੈਗੀ ਆ, ਉਹ ਨੋ ਡਾਊਟ ਇਹ ਬਿੱਲ ਵੀ ਜਿਹੜਾ ਸੀਗਾ ਇਸ ਚੀਜ਼ ਨੂੰ ਲੈ ਕੇ ਮੂਵ ਹੋਇਆ ਸੀਗਾ ਆਪਣਾ ਸਪੈਸ਼ਲ ਸੈਸ਼ਨ ਦੇ ਵਿੱਚ। ਉਹਨੂੰ ਹਜੇ ਗਵਰਨਰ ਦੀ ਸਹਿਮਤੀ ਜਾਂ ਕੰਸੈਂਟ ਨਹੀਂ ਮਿਲੀ, ਤਾਂ ਕਰਕੇ ਉਹ ਵਿੱਚ ਹੀ ਤੁਰਿਆ ਫਿਰਦਾ ਵਾ। ਹਾਂ ਇੱਕ ਗੱਲ ਇਹ 'ਚ ਬੜੀ ਕਲੀਅਰਲੀ ਉੱਪਰ ਕੀ ਆ ਰਹੀ ਆ, PTC ਦੇ ਜਿਹੜੇ ਵੀ ਉਹ ਮੈਨੇਜਿੰਗ ਡਾਇਰੈਕਟਰ ਹੈਗੇ ਆ ਉਹ ਕਹਿ ਰਹੇ ਆ ਵੀ ਅਸੀਂ ਕੋਈ ਇਹਦੇ ਤੋਂ ਫਾਇਦਾ ਜਾਂ ਕੋਈ ਉਹ ਫੰਡ ਨਹੀਂ ਲੈਂਦੇ। ਜੇ ਕੋਈ ਇਹੋ ਜਿਹੀ ਗੱਲਬਾਤ ਕੱਲ ਨੂੰ ਮੂਹਰੇ ਆਉਂਦੀ ਆ ਤਾਂ ਗਵਰਨਮੈਂਟ ਮੈਨੂੰ ਲੱਗਦਾ ਐਕਸ਼ਨ ਟੇਕ ਕਰ ਸਕਦੀ ਆ। ਪਰ ਜਿਹੜਾ ਇਹ ਅੱਜ ਸਟੈਪ ਹੈਗਾ ਮੈਨੂੰ ਲੱਗਦਾ ਧੀਰੇ ਹੌਲੀ ਹੌਲੀ ਜਿਹੜਾ ਹੈਗਾ ਵਾ PTC ਦਾ ਇੱਕ ਅਧਿਕਾਰ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਉਹ ਖਤਮ ਛੇਤੀ ਹੋ ਜਾਊਗਾ। ਮੈਂ 1 ਮਹੀਨੇ ਦੇ ਲਈ ਜਿਹੜਾ 12 ਲੱਖ ਰੁਪਈਆ ਉਹਦੀ ਮੇਨਟੇਨੈਂਸ YouTube ਦਾ ਵੀ ਹੈਗਾ, ਮੈਨੂੰ ਲੱਗਦਾ ਉਹ ਵੀ PTC ਗਰੁੱਪ ਨੇ ਕਮਿਟਮੈਂਟ ਕੀਤੀ ਆ ਵੀ ਅਸੀਂ ਕਰਾਂਗੇ। ਤੇ ਹੌਲੀ ਹੌਲੀ ਮੈਨੂੰ ਲੱਗਦਾ PTC ਤੋਂ ਇਹ ਚੀਜ਼ ਟੈਲੀਕਾਸਟ ਮੁਕੰਮਲ ਤੌਰ ਤੇ ਵਾਪਸ ਲੈ ਲੈਣੀ ਚਾਹੀਦੀ ਆ ਤੇ ਇਹ SGPC ਨੂੰ ਆਪਦੇ ਮਾਧਿਅਮ ਰਾਹੀਂ ਹੀ ਕਰਨੀ ਚਾਹੀਦੀ ਆ। ਤੇ ਅੱਜ ਜਿਹੜਾ ਇੱਕ ਪੋਜ਼ਿਟਿਵ ਸਟੈਪ ਹੈਗਾ ਵਾ ਤੇ ਇਹਨੂੰ ਮੈਨੂੰ ਲੱਗਦਾ ਸਾਰੇ ਪੰਜਾਬੀਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਡਾਕਟਰ ਸਾਹਿਬ ਕਿਵੇਂ ਲੱਗਦਾ ਹੈ ਕਿ ਉਹ ਚੈਨਲ ਇੱਕ ਮਤਲਬ ਸਿਆਸੀ ਪਰਿਵਾਰ ਦੇ ਨਾਲ ਜੁੜਿਆ ਹੋਇਆ ਤਾਂ ਸਿਰਫ ਇੱਕ ਮੁੱਦਾ ਬਣਾਇਆ ਜਾ ਰਿਹਾ, ਜਾਂ ਮੰਨ ਲਿੱਤਾ ਜਾਏ ਜੇ ਉਹ PTC ਦੇ ਮਾਲਕ ਸੁਖਬੀਰ ਬਾਦਲ ਜੀ ਨਾ ਹੁੰਦੇ, ਜੇ ਆਪਾਂ ਸਿੱਧੀ ਗੱਲ ਕਰੀਏ, ਇਹ ਉਸ ਚੈਨਲ ਦਾ ਮਾਲਕ ਕੋਈ ਹੋਰ ਹੁੰਦਾ XYZ ਜਿੰਦਾ ਕਿ ਸਿਆਸਤ ਨਾਲ ਕੋਈ ਸਰੋਕਾਰ ਨਾ ਹੁੰਦਾ, ਕੀ ਤੁਹਾਨੂੰ ਲੱਗਦਾ ਕਿ ਐਡਾ ਵੱਡਾ ਮੁੱਦਾ ਇਸ ਤਰੀਕੇ ਨਾਲ ਬਣਾਇਆ ਜਾ ਸਕਦਾ ਸੀ? ਕਿਉਂਕਿ ਹਾਲੇ ਵੀ ਵਾਰ-ਵਾਰ ਇਹੀ ਨਿਸ਼ਾਨੇ ਨੇ ਕਿ ਕਿਉਂ ਨਹੀਂ ਸਾਰੇ ਚੈਨਲਾਂ ਨੂੰ ਦਿੱਤਾ ਜਾਂਦਾ ਉਹਦਾ ਪ੍ਰਸਾਰਣ, ਫ੍ਰੀ ਪ੍ਰਸਾਰਣ ਕਿਉਂ ਨਹੀਂ ਕੀਤਾ ਜਾਂਦਾ? ਪਰ ਕਿਤੇ ਨਾ ਕਿਤੇ ਟੈਕਨੀਕਲ ਗਲਿਚ ਵੀ ਹੈ, ਕਿਉਂਕਿ ਇਹ ਵਾਜਬ ਹੈ ਗੱਲ ਉਹਨਾਂ ਦੀ ਕਿ ਅਗਰ ਅਸੀਂ ਇੱਕਦਮ ਬੰਦ ਕਰ ਦਾਂਗੇ ਅਸੀਂ ਸਿਰਫ YouTube ਤੇ ਡਿਪੈਂਡੈਂਟ ਹੋ ਜਾਾਂਗੇ। ਸੈਟੇਲਾਈਟ ਵਾਸਤੇ ਤੁਸੀਂ ਸਿਰਫ ਭਾਰਤ 'ਚ ਤਾਂ ਚਲੋ ਅਪਰੂਵਲਸ ਮਿਲ ਜਾਣਗੀਆਂ, ਪਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਨੇ ਉੱਥੇ ਅਪਰੂਵਲ ਇੰਨੀ ਸੌਖੀ ਨਹੀਂ ਹੈਗੀ। ਉੱਥੇ ਅਪਰੂਵਲ ਇਹ ਨਹੀਂ ਹੈ ਕਿ ਤੁਸੀਂ ਅੱਜ ਚਿੱਠੀ ਦੋਗੇ ਕੱਲ ਤੁਹਾਨੂੰ ਅਪਰੂਵਲ ਮਿਲ ਜੂਗੀ। ਭਾਰਤ ਦੇ ਵਿੱਚ ਮੰਨ ਸਕਦੇ ਆ ਆਪਾਂ, ਕਿਉਂਕਿ SGPC ਸੰਸਥਾ ਸਰਕਾਰ ਦੇ ਨਾਲ ਜੋ ਵੀ ਰਾਬਤਾ ਕਰੇਗੀ ਨਾਲ ਦੀ ਨਾਲ, ਇਸ 'ਚ ਕੋਈ ਦਿੱਕਤ ਨਹੀਂ ਕਿ ਲਾਇਸੈਂਸ ਮਿਲ ਸਕਦਾ। ਪਰ ਜਿਹੜੀ ਉੱਥੇ ਡਿਸਟ੍ਰੀਬਿਊਸ਼ਨ ਹੋਣੀ ਹੈ ਉੱਥੇ ਤਾਂ ਹਲੇ ਸਮਾਂ ਲੱਗੇਗਾ। ਤੁਹਾਨੂੰ ਲੱਗਦਾ ਨਹੀਂ ਕਿ 3 ਮਹੀਨੇ ਦਾ ਜਾਇਜ਼ ਹੈ ਕਿਹੜਾ ਉਹਨਾਂ ਨੇ ਸਾਰੇ ਮਤਲਬ ਆਪਾਂ ਇਹ ਕਹਿ ਦਈਏ ਕਿ ਪੂਰਾ ਰਿਵਾਈਵ ਕਰ ਦਿੱਤਾ? ਅਸੀਂ ਹੁਣ ਰਾਈਟ ਡਾਇਰੈਕਸ਼ਨਲੀ ਨੂੰ ਜਾ ਰਹੀ ਹੈ SGPC, ਇਹਦੇ 'ਚ ਦੋ ਰਹਿ ਨਹੀਂ। ਪਰ ਕੀ ਵੱਡੀ ਗੱਲ ਸੁਰਿੰਦਰ ਜੀ ਇਹ ਵੀ ਹੈਗੀ ਆ, ਪਹਿਲਾਂ SGPC ਦੀ ਨਾਕਾਮੀ ਤੇ ਨਲਾਇਕੀ ਜ਼ਰੂਰ ਰਹੀ ਆ, ਇਹਦੇ ਵਿੱਚ ਵੀ ਕੋਈ ਦੋ ਰਹਿ ਨਹੀਂ। ਜਿਹੜੀ ਤੁਸੀਂ ਗੱਲ ਕਹੀ ਆ ਇੱਕ ਪੋਲੀਟੀਕਲ ਪਾਰਟੀ ਨੂੰ, ਜੇ ਉਹ ਚੈਨਲ ਇੱਕ ਪੋਲੀਟੀਕਲ ਪਾਰਟੀ ਉਹਨੂੰ ਔਨ ਕਰਦੀ ਆ ਤਾਂ ਕਿਤੇ ਨਾ ਕਿਤੇ ਪੋਲੀਟੀਕਲ ਬੈਨੀਫਿਟਸ ਵੀ ਉਹਨਾਂ ਨੇ ਉਸ ਤੋਂ ਲਏ ਆ, ਕਿਉਂਕਿ ਉਸ ਦੀ ਜਿਹੜੀ ਇੱਕ ਵਿਊਅਰਸ਼ਿਪ ਹੈਗੀ ਆ ਉਹ ਪਿੰਡ ਘਰ ਤੱਕ ਘਰ ਗਈ ਵੀ ਆ, ਖਾਸ ਕਰਕੇ ਪੰਜਾਬ ਦੇ ਵਿੱਚ, ਦੇਸ਼ਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਆ, ਤੇ ਉਹਦਾ ਫਾਇਦਾ ਵੀ ਉਹਨਾਂ ਨੇ ਲਿਆ ਵਾ। ਪਰ SGPC ਜਿਹੜਾ ਅੱਜ ਹਵਾਲਾ ਦੇ ਰਹੀ ਆ ਬਈ ਅਸੀਂ ਕੰਟਰੈਕਟ ਦੇ ਵਿੱਚ ਬੰਦੇ ਵੇ ਸੀਗੇ, ਕੰਟਰੈਕਟ ਹਜੇ ਖਤਮ ਹੋ ਰਿਹਾ ਸੀਗਾ। ਨੋ ਡਾਊਟ ਪਹਿਲੀ ਸਰਕਾਰਾਂ ਨੇ ਵੀ ਕਿਹਾ ਸੀਗਾ ਵੀ ਅਸੀਂ PTC ਦੇ ਇਹ ਪ੍ਰਸਾਰਣ ਜਿਹੜਾ ਹੋ ਰਿਹਾ ਵਾ ਗੁਰਬਾਣੀ ਦਾ, ਇਹਨੂੰ ਇੱਕ ਅਧਿਕਾਰ ਨੂੰ ਖਤਮ ਕਰਾਂਗੇ। ਪਰ ਸੁਰਿੰਦਰ ਜੀ ਮੈਂ ਇਹਨੂੰ ਦੂਜੇ ਲਹਿਜੇ ਤੱਕ ਦੇਖਦਾ, SGPC ਦੀ ਜਾਂ ਇੱਕ ਵੱਡੀ ਨਲਾਇਕੀ ਜਾਂ ਵੱਡੀ ਨਾਕਾਮੀ ਇਹ ਵੀ ਰਹੀ ਆ ਵੀ ਐਡਾ ਸਾਡਾ ਵੱਡਾ ਬਜਟ ਹੋਵੇ SGPC ਦਾ, ਐਡੀ ਵਿਸ਼ਾਲ ਹੋਵੇ, ਇੰਨਾ ਸਾਰੇ ਸੰਸਾਰ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਆਬਾਦੀ ਰਹਿੰਦੀ ਹੋਵੇ ਤੇ ਆਪ ਦਾ ਇੱਕ ਚੈਨਲ ਨਹੀਂ ਬਣਾ ਸਕੇ ਹਜੇ। ਹਾਲਾਂਕਿ ਛੋਟੇ ਗਰੁੱਪਸ ਨੇ, ਚਾਹੇ ਉਹ ਸ਼ਾਰਦਾ ਹੋਵੇ, ਚਾਹੇ ਉਹ ਆਪਣੀਆਂ ਬ੍ਰਹਮ ਕੁਮਾਰੀਜ਼ ਹੋਣ, ਉਹਨਾਂ ਸਾਰਿਆਂ ਦੀਆਂ ਇਹੋ ਜਿਹੀਆਂ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਕਿਤੇ ਨਾ ਕਿਤੇ ਆਪ ਦੇ ਚੈਨਲ ਹੈਗੇ ਆ। ਤੇ SGPC ਬਿਲਕੁਲ, ਚਾਹੇ ਉਹ ਪੋਲੀਟੀਕਲੀ ਇੰਟਰਵੀਨ ਕਰਕੇ ਲੈ ਲਓ, ਤੁਸੀਂ ਪੋਲੀਟੀਕਲੀ ਇੰਟਰਫੇਅਰੈਂਸ ਕਰਕੇ ਦੇ ਲਓ, ਇੱਕ ਪੋਲੀਟੀਕਲ ਪਾਰਟੀ ਨੂੰ PTC ਦੇ ਟੈਲੀਕਾਸਟ ਹੋਣ ਨਾਲ ਫਾਇਦਾ ਤਾਂ ਹੋ ਰਿਹਾ ਸੀਗਾ। ਪਰ ਨਾਓ ਵੀ ਆਰ ਔਨ ਦਾ ਰਾਈਟ ਡਾਇਰੈਕਸ਼ਨ ਤੇ ਅਸੀਂ ਜਿਵੇਂ ਇੱਕ ਪਾਸੇ ਨੂੰ ਜਾ ਰਹੇ ਹਾਂ, ਜਿਵੇਂ ਅੱਜ YouTube ਚੈਨਲ ਚੱਲਿਆ ਵਾ, ਮੈਨੂੰ ਲੱਗਦਾ ਸਾਰੇ ਚੈਨਲਾਂ ਨੂੰ ਉਹਨੂੰ ਦਿਖਾਉਣ ਦਾ ਤਾਂ ਜਾਂ ਉਹਨੂੰ ਦੇਖਣ ਦਾ ਉਸ ਤੇ ਹੈਗਾ ਵਾ। ਤੇ ਟਾਈਮ ਲੱਗੂਗਾ ਜਦੋਂ ਪੂਰਾ ਇਹ SGPC ਆਪਦੇ ਕੰਟਰੋਲ 'ਚ ਕਰ ਲੂਗੀ, ਕਿਸੇ ਪ੍ਰਾਈਵੇਟ ਅਦਾਰੇ ਨੂੰ ਇਹਦੀ ਟੈਲੀਕਾਸਟ ਦੀ ਜ਼ਿੰਮੇਵਾਰੀ ਨਹੀਂ ਦਊ। ਉਧਰ ਨਾਲੇ ਡਾਕਟਰ ਸਾਹਿਬ, ਉਧਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ EMPLOYEES ਯੂਨੀਅਨ ਵੀ ਬਣਾ ਲਿੱਤੀ ਹੈ, ਜਿੱਥੇ ਜਿਹੜੇ ਉੱਥੇ ਮੁਲਾਜ਼ਮ ਕੰਮ ਕਰ ਰਹੇ ਨੇ। ਇਹ ਉਦੋਂ ਜਦੋਂ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਹੈ ਕਿ ਲੰਗਰ ਦੇ ਵਿੱਚ ਜਿਹੜੀ ਸੁੱਕੀ ਰੋਟੀਆਂ ਰਹਿ ਜਾਂਦੀਆਂ ਉਹਨਾਂ ਦੇ ਜਿਹੜਾ ਘੁਟਾਲਾ ਸਾਹਮਣੇ ਆਇਆ ਸੀ, 1 ਕਰੋੜ ਦਾ ਘੁਟਾਲਾ ਸੀ। 51 ਮੁਲਾਜ਼ਮ ਉਦੋਂ ਸਸਪੈਂਡ ਕਰ ਦਿੱਤੇ ਗਏ ਸੀ SGPC ਵੱਲੋਂ। ਕਿ ਉਸ ਤੋਂ ਬਾਅਦ ਇਹ ਯੂਨੀਅਨ ਬਣਾਈ ਕਿ ਹਾਲਾਂਕਿ ਉਹਨਾਂ ਨੇ ਤਸਦੀਕ ਕੀਤਾ ਹੈ, ਕਿਉਂਕਿ ਜਿਹੜਾ ਗੁਰਿੰਦਰ ਸਿੰਘ ਭੋਮਾ ਯੂਨੀਅਨ ਦੇ ਪ੍ਰਧਾਨ ਨੇ, ਉਹ ਉੱਥੋਂ ਦੇ ਕਲਰਕ ਨੇ, ਉਹ ਕਹਿੰਦੇ 1 ਸਾਲ ਪਹਿਲਾਂ ਬਣਾ ਲਈ ਸੀ, ਰਜਿਸਟਰਡ ਹੁਣ ਕਰਾਈ ਹੈ। ਪਰ ਧਾਮੀ ਸਾਹਿਬ ਨੇ ਕੱਲ ਜ਼ਿਕਰ ਵੀ ਇਹੀ ਕਰ ਦਿੱਤਾ ਸੀ ਕਿ ਜਿਹੜੀ ਯੂਨੀਅਨ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਜਿਹੜਾ ਯੂਨੀਅਨ ਵਾਲੇ ਪਾਸੇ ਤੁਸੀਂ ਤੁਰੇ ਹੋ, ਵਾਪਸ ਆ ਜਾਓ, ਕਿਸੇ ਦੇ ਹੱਥਾਂ 'ਚ ਨਾ ਖੇਡੋ, ਯਾਨੀ ਕਿ ਕਿਤੇ ਨਾ ਕਿਤੇ ਸਰਕਾਰ ਤੇ ਇਸ਼ਾਰਾ ਕਰ ਰਹੇ ਸੀ। ਜੀ ਸੁਰਿੰਦਰ ਜੀ, ਇਹਦੇ ਤੇ ਮੈਂ ਪੋਲਿਟਿਕਸ ਨਾਲੋਂ ਲੀਗਲ ਪੱਖ ਜ਼ਰੂਰ ਦੇਖਦਾ ਵਾਂ। ਐਜ਼ ਪਰ ਕਨਸਟੀਟਿਊਸ਼ਨਸ ਯੂਨੀਅਨਸ ਬਣਦੀਆਂ, ਰਜਿਸਟਰਡ ਵੀ ਹੁੰਦੀਆਂ ਵਾ, ਹੋਣੀਆਂ ਵੀ ਚਾਹੀਦੀਆਂ ਵਾ, ਕਿਉਂਕਿ ਆਪਦੇ ਜਿਹੜੇ ਇੰਟਰਸਟ ਆ ਕਿਸੇ ਵੀ ਵਰਕਰ ਨੇ, ਕਿਸੇ ਵੀ EMPLOYEE ਨੇ ਸੇਵ ਕਰਨੇ, ਤਾਂ ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਵਿੱਚ ਰਹਿ ਰਹੇ ਹਾਂ। ਬਟ ਐਟ ਦ ਸਾਈਮਲਟੇਨੀਅਸਲੀ ਜੇ ਕਿਤੇ ਕਰਪਸ਼ਨ ਦੀ ਗੱਲ ਹੋ ਰਹੀ ਆ ਤੇ ਮੈਨੂੰ ਲੱਗਦਾ ਭਲਾ ਦੀ ਉਹ ਯੂਨੀਅਨ ਬਣਾ ਲੈਣ, ਕੁਝ ਵੀ ਬਣਾ ਲੈਣ, ਜਿਹੜਾ ਬੰਦਾ ਵੀ ਉਹ ਗਿਲਟੀ ਪਾਇਆ ਜਾਂਦਾ ਵਾ, ਤੇ ਮੈਨੂੰ ਲੱਗਦਾ ਉਹਨੂੰ ਯੂਨੀਅਨ ਨੂੰ ਵੀ ਹਮਾਇਤ ਨਹੀਂ ਉਹਦੀ ਕਰਨੀ ਚਾਹੀਦੀ, ਕਿਉਂਕਿ ਕਰੋੜਾਂ ਦਾ ਮਸਲਾ ਮੂਰੇ ਆਇਆ ਵਾ। ਜੇ ਉਹ SGPC ਨੂੰ ਉਹਦਾ ਫਾਇਦਾ ਹੁੰਦਾ, ਜਾਂ ਜਿਹੜੇ ਸ਼ਰਧਾਲੂ ਸੀਗੇ, ਸਕੂਲ ਚੱਲਦੇ ਨੇ, ਹਸਪਤਾਲ ਚੱਲਦੇ ਨੇ, ਕਿਤੇ ਨਾ ਕਿਤੇ ਉੱਥੇ ਫਾਇਦਾ ਹੁੰਦਾ। ਜੇ ਕੋਈ ਬੰਦਾ ਗਲਤ ਤਰੀਕੇ ਦੇ ਨਾਲ ਉਹ ਕਰਪਸ਼ਨ ਕੀਤੀ ਆ, ਜਿਵੇਂ ਉਹ ਆਪਣੇ ਲੰਗਰ ਦੀ ਜਿਹੜੀ ਬਚਦਾ ਸੀਗਾ ਲੰਗਰ, ਉਹਨੂੰ ਪ੍ਰੋਪਰ ਥਾਵਾਂ ਤੇ ਨਹੀਂ ਗਿਆ, ਜਾਂ ਉਹਦੇ ਟੈਂਡਰਸ ਵਗੈਰਾ ਮੈਨੂੰ ਲੱਗਦਾ ਹੁਣ ਦੇਤੇ ਆ, ਤੇ ਮੈਨੂੰ ਲੱਗਦਾ ਯੂਨੀਅਨ ਕ੍ਰਿਮੀਨੈਲਿਟੀ ਜਾਂ ਲੀਗਲਿਟੀ ਤੋਂ ਸੇਫ ਨਹੀਂ ਕਰ ਸਕਦੀ ਕਿਸੇ ਵੀ EMPLOYEE ਨੂੰ। ਪਰ ਹਾਂ, ਜੇ ਯੂਨੀਅਨਸ ਦੇ ਕਿਸੇ EMPLOYEE ਨਾਲ ਧੱਕਾ ਹੁੰਦਾ, ਜਿਵੇਂ ਥੋਕ ਦੇ ਵਿੱਚ 51 ਜਾਣੇ ਫੌਰੀ ਤੌਰ ਤੇ ਸਸਪੈਂਡ ਕਰ ਦੇਣੇ ਵੀ ਅਸੀਂ ਇਨਕੁਆਇਰੀ ਕਰਾਂਗੇ, ਉਹ ਸਾਰੇ ਤਾਂ ਮੈਨੂੰ ਲੱਗਦਾ 51 ਨਹੀਂ ਹੋਣੇ, ਪਰ ਕਿਤੇ ਨਾ ਕਿਤੇ ਕਰੈਕਟਰ ਅਸੈਸੀਨੇਸ਼ਨ ਵੀ ਉਹਦੇ ਨਾਲ ਹੁੰਦੀ ਆ, ਤੇ ਇੱਕ ਫਾਲਸ ਐਲੀਗੇਸ਼ਨਸ ਵੀ ਲੱਗਦੇ ਨੇ। ਯੂਨੀਅਨਸ ਆਪਦੇ ਇੰਟਰਸਟ ਨੂੰ ਜਾਂ EMPLOYEES ਦੇ ਇੰਟਰਸਟ, ਜੈਨੂਅਨ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ ਜ਼ਰੂਰੀ ਹੈਗੀ ਆ। ਪਰ ਸੁਰਿੰਦਰ ਜੀ, ਨਾਲ ਹੀ ਇੱਕ ਪੰਜਾਬ ਵਿੱਚ ਰਵਾਇਤ ਵੀ ਬਣਦੀ ਜਾ ਰਹੀ ਆ। ਆਪਾਂ ਤੋਂ ਕਿਸੇ ਤੋਂ ਕੋਈ ਇਹ ਲੁਕਿਆ ਛੁਪਿਆ ਨਹੀਂ ਵੀ ਕਰਪਸ਼ਨ ਜੜੋਂ ਖਤਮ ਨਹੀਂ ਹੋਈ, ਅੱਜ ਵੀ ਤਹਿਸੀਲੇ ਕਚਹਿਰੀਏ ਕਰਪਸ਼ਨ ਹੈਗੀ ਆ। ਜਿਵੇਂ ਆ ਰੋਪੜ ਵਾਲੇ MLA ਨੇ ਉਹ ਚੈਕਿੰਗ ਦੀ ਕੀਤੀ ਆ, ਤਾਂ ਦੂਜਿਆਂ ਨੇ ਕਲਮ ਛੋੜੋ ਜਿਹੜੀ ਇਹ ਸੀਗੀ, ਤਹਿਸੀਲਦਾਰਾਂ ਨੇ ਕਲਮ ਛੋੜੋ ਦਾ ਦੇਤਾ। ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜੇ ਗਵਰਨਮੈਂਟ ਨੂੰ ਇਸ ਤੇ ਸਖਤੀ ਵੀ ਹੋਣਾ ਚਾਹੇ ਤਾਂ ਮੈਨੂੰ ਲੱਗਦਾ ਸਖਤੀ ਲੈਣੀ ਚਾਹੀਦੀ ਆ, ਕਿਉਂਕਿ ਚਾਹੇ ਉਹ ਕਰਪਸ਼ਨ ਗੁਰੂ ਘਰਾਂ ਦੇ ਉੱਥੇ ਉਸ ਲੈਵਲ ਤੇ SGPC ਤੋਂ ਹੋ ਰਹੀ ਹੈ, SGPC ਵੀ ਸਟੇਟ ਵਿਦਨ ਸਟੇਟ ਆ, ਜਾਂ ਸਟੇਟ ਦੇ ਵਿੱਚ ਹੋ ਰਹੀ ਆ, ਕਰਪਸ਼ਨ ਇਜ਼ ਕਰਪਸ਼ਨ, ਜਿਹੜਾ ਵੀ ਉਹਦੇ ਚ ਲਪਤ ਪਾਇਆ ਜਾਂਦਾ ਉਹਨੂੰ ਬਖਸ਼ਣਾ ਨਹੀਂ ਚਾਹੀਦਾ। ਡਾਕਟਰ ਸਾਹਿਬ, ਜਿੰਨਾ ਤੁਸੀਂ ਜ਼ਿਕਰ ਕੀਤਾ, ਤੁਹਾਨੂੰ ਨਹੀਂ ਲੱਗਦਾ ਕਿ ਸਿਸਟਮ ਰੈਜ਼ਿਸਟ ਕਰਦਾ ਹੈ? ਸਰਕਾਰਾਂ ਤਾਂ ਵਾਅਦੇ ਕਰਨੀਆਂ, ਵਾਅਦੇ, ਜੇ ਸਰਕਾਰ ਨੇ ਵਾਅਦਾ ਕੀਤਾ ਸੀ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ, ਉਹ ਨਾਰੇ ਤੇ ਵੀ ਆਏ, ਲੋਕਾਂ ਨੇ ਵੀ ਮਾਣ ਬਖਸ਼ ਦਿੱਤਾ, ਤੇ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਜੇ ਐਗਜ਼ੀਕਿਊਟ ਵੀ ਕਰਨਾ ਚਾਹੇਗੀ ਇਮਾਨਦਾਰੀ ਨਾਲ ਵੀ, ਮੰਨ ਲਓ ਕਿ, ਪਰ ਜੇ ਹੁਣ ਇਮਾਨਦਾਰੀ ਨਾਲ ਐਗਜ਼ੀਕਿਊਟ ਕਰੇਗੀ ਤਾਂ ਬਾਈ ਡਿਫਾਲਟ ਹੈ ਕਿ ਬੇਈਮਾਨ ਲੋਕਾਂ ਨੂੰ ਤਾਂ ਦਿੱਕਤ ਹੋਏਗੀ, ਜਿਨ੍ਹਾਂ ਨੂੰ ਆਪਾਂ ਬਲੈਕ ਸ਼ੀਪਸ ਕਹਿ ਦਿੰਦੇ। ਉਹ ਸਿਸਟਮ 'ਚ ਇੰਨੀਆਂ ਜ਼ਿਆਦਾ ਨੇ, ਉਹ ਰਜਿਸਟ ਕਰਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਆ ਸਰਕਾਰ ਨੂੰ 5 ਸਾਲ ਉਲਝਾ ਲਈਏ, ਅਗਲੀ ਸਰਕਾਰ ਨਾਲ ਤਾਂ ਸਾਡੀਆਂ ਸੈਟਿੰਗਾਂ ਹੋਈਆਂ ਵੀ ਹੈ, ਹੋ ਸਕਦਾ ਕਿ ਉਸ ਤੋਂ ਪਿਛਲੀ ਸਰਕਾਰਾਂ ਨਾਲ ਸੈਟਿੰਗਾਂ ਹੋਈਆਂ ਹੋਣ। ਜੀ ਹੋਪਫੁਲੀ ਸੁਰਿੰਦਰ ਜੀ, ਅਗਲੀ ਸਰਕਾਰ ਇਦੋਂ ਵੀ ਵੱਧ ਇਮਾਨਦਾਰਾਂ ਦੀ ਆਊਗੀ। ਮੈਨੂੰ ਤਾਂ ਆਪਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਤਾਂ ਇਹੀ ਸੋਚਣਾ ਚਾਹੀਦਾ ਵੀ ਲੋਕੀ ਅਵੇਅਰ ਹੋ ਰਹੇ ਆ। ਤੁਹਾਡੀ ਗੱਲ ਬਿਲਕੁਲ ਸਹੀ ਆ। ਕਰਪਸ਼ਨਸ ਹਰਡਲਸ ਹੁੰਦੀਆਂ ਹੀ ਹੈਗੀਆਂ ਵਾ, ਜਦੋਂ ਆਬਸਟੈਕਲਸ ਆਉਂਦੀਆਂ ਹੀ ਆ, ਜਦੋਂ ਕਰਪਸ਼ਨ ਫਰੀ ਅਸੀਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ, ਕਿਉਂਕਿ ਉਹੀ ਲੋਕ ਨੇ, ਕਰਪਸ਼ਨ ਵੀ ਮੈਂ ਹੀ ਕਰਦਾ ਵਾਂ, ਜੇ ਮੈਂ ਕਿਸੇ ਚੇਅਰ ਤੇ ਬੈਠਾ ਵਾਂ, ਉਹੀ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਕਰਪਸ਼ਨ ਨੂੰ, ਹਾਂ ਇਹ ਗਾਂਧੀਵਾਦ ਜਾਂ ਰਾਮ ਰਾਜਿਆ ਤਾਂ ਹੈ ਨਹੀਂਗਾ, ਤੇ ਪਰ ਗਵਰਨਮੈਂਟ ਨੂੰ ਆਪਦਾ ਧਰਮ ਨਿਭਾਉਂਦੇ ਹੋਏ ਸਖਤ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਕਰਪਸ਼ਨ ਨੂੰ ਜੇ ਤਾਂ ਤੁਸੀਂ ਕਟੇਲ ਕਰਨਾ, ਠੱਲ ਪਾਉਣੀ ਆ, ਤਾਂ ਮੈਨੂੰ ਲੱਗਦਾ ਜਿਵੇਂ ਕਾਰਪੋਰੇਟ ਜਗਤ ਵਿੱਚ ਐਕਸ਼ਨ A ਪਲਾਨ ਹੁੰਦਾ ਵਾ, ਫਿਰ ਪਲਾਨ B ਹੁੰਦਾ ਵਾ, ਤੇ ਗਵਰਨਮੈਂਟ ਨੂੰ ਵੀ ਪਲਾਨਸ ਬਣਾ ਕੇ ਕੰਮ ਕਰਨਾ ਚਾਹੀਦਾ ਵਾ। ਇੱਕ ਵਾਰੀ ਮੈਨੂੰ ਲੱਗਦਾ ਪੰਜਾਬ ਦੀ ਹਿਸਟਰੀ ਦੇ ਵਿੱਚ ਹੋਇਆ ਵੀ ਸੀਗਾ, ਪ੍ਰਤਾਪ ਸਿੰਘ ਕੈਰੋ ਦੇ ਵੇਲੇ, ਬਈ ਜੇ ਕੋਈ ਕਰਪਟ ਬੰਦੇ ਕਰਦੇ ਆ ਤਾਂ ਉਹਨਾਂ ਨੂੰ ਕਹੋ ਵੀ ਕੋਈ ਨਾ, ਤੁਸੀਂ ਆਪਦਾ ਡੰਡਾ ਬੋਰੀ ਚੱਕੋ ਤੇ ਘਰੇ ਜਾਓ ਸਾਡੇ ਕੋਲੇ, ਕਿਉਂਕਿ ਬੇਰੁਜ਼ਗਾਰੀ, ਪੜ੍ਹੇ ਲਿਖੇ ਜਵਾਨਾਂ ਨੌਜਵਾਨਾਂ ਦਾ ਵੀ ਘਾਟ ਨਹੀਂਗਾ। ਤੇ ਹਾਂ, ਕਰਪਸ਼ਨ ਦੇ ਲਈ ਕੋਈ ਵੀ ਇੱਕ ਸੁਹਿਰਦ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਪਲੇਸ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਦੇ ਵਿੱਚ ਹੋਰ ਐਲਾਨ ਤਾਂ ਬਹੁਤ ਫੈਲਦੀਆਂ ਨੇ, ਸਾਰਾ ਕੁਝ ਹੀ ਉੱਥੋਂ ਹੀ ਜਨਮ ਹੁੰਦਾ ਹੈਗਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਸਾਰੇ ਵਿਊਅਰਸ ਦਾ।
ਇਹ ਸੀ ਡਾਕਟਰ ਬੂਟਾ ਸਿੰਘ ਬੈਰਾਗੀ ਜੀ, ਤੇ ਇਹ ਸੀ ਉਹਨਾਂ ਦਾ ਵੀ ਨਜ਼ਰੀਆ। ਕਹਿੰਦੇ ਕਰਪਸ਼ਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਵਾਕਈ ਕੋਈ ਨਾ ਕੋਈ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਤੇ ਨਾਲ ਹੀ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।